गुड मॉर्निंग स्टूडेंट्स। सो बेटा ਆਪਾਂ मीनिंग ऑफ पब्लिक डेट ਤੇ नीड ऑफ पब्लिक डेट ਕੀਤਾ ਸੀ। सो ਨੈਕਸਟ ਹੁਣ ਆਪਣੇ ਕੋਲ ਸੋਰਸਿਸ ऑफ पब्लिक डेट ਕਿ ਜਿਹੜਾ ਪਬਲਿਕ ਡੈਟ ਹੈ ਉਹ ਸਾਨੂੰ ਕਿੱਥੋਂ ਕਿੱਥੋਂ ਮਿਲ ਸਕਦਾ ਹੈ, ਮੀਨਸ ਸਰਕਾਰ ਕਿੱਥੋਂ ਕਿੱਥੋਂ ਉਧਾਰ ਲੈ ਸਕਦੀ ਹੈ। ਸੋ ਗਵਰਨਮੈਂਟ ਦੇ ਜਿਹੜੇ ਪਬਲਿਕ ਬੋਰੋਇੰਗ ਦੇ ਸੋਰਸਿਸ ਨੇ ਉਹ ਦੋ ਹੁੰਦੇ ਨੇ, ਇੰਟਰਨਲ ਜਾਂ एक्सटर्नल। इंटरनल ਹੁੰਦਾ है विद इन गवर्नमेंट ਦੀ ਟੈਰੀਟਰੀ, ਆਪਣੀ ਕੰਟਰੀ ਦੇ ਵਿੱਚੋਂ ਹੀ ਉਹ ਇੰਡੀਵਿਜੂਅਲਸ ਤੋਂ ਲੈ ਸਕਦੀ ਹੈ, ਕਮਰਸ਼ੀਅਲ ਬੈਂਕਸ ਤੋਂ ਲੈ ਸਕਦੀ ਹੈ, ਨॉन ਬੈਂਕਿੰਗ ਫਿਨੈਂਸ਼ੀਅਲ ਇੰਟਰਮੀਡੀਏਟਰੀਜ਼ ਜਾਂ ਰਿਜ਼ਰਵ ਬੈਂਕ ਆਫ ਇੰਡੀਆ ਮਤਲਬ ਸੈਂਟਰਲ ਬੈਂਕ ਤੋਂ ਲੈ ਸਕਦੀ ਹੈ। ਸਿਮਿਲਰਲੀ ਇਸੇ ਤਰੀਕੇ ਦੇ ਨਾਲ ਜਿਹੜੀ ਡੋਮੈਸਟਿਕ ਟੈਰੀਟਰੀ ਹੈ ਉਸ ਤੋਂ ਇਲਾਵਾ ਗਵਰਨਮੈਂਟ ਹੈ ਜਿਹੜਾ ਉਹ ਇੰਟਰਨੈਸ਼ਨਲ ਫਿਨੈਂਸ਼ੀਅਲ ਇੰਸਟੀਟਿਊਸ਼ਨਸ ਜਾਂ ਫਰੈਂਡਲੀ ਨੇਸ਼ਨਸ ਜਿਨ੍ਹਾਂ ਦੇ ਨਾਲ ਸਾਡੇ ਰਿਲੇਸ਼ਨ ਕੋਰਡੀਅਲ ਨੇ, IMF, ਵਰਲਡ ਬੈਂਕ, ਉਹਨਾਂ ਤੋਂ ਵੀ ਲੈ ਸਕਦੀ ਹੈ। ਠੀਕ ਹੈ, ਸੋ ਆਪਾਂ 1 ਬਾਏ 1 ਸਾਰਾ ਪੜ੍ਹਾਂਗੇ। ਤਾਂ ਇੰਟਰਨਲ ਸੋਰਸਿਸ ਦੇ ਵਿੱਚ ਬੇਟਾ ਆਪਣੇ ਕੋਲ ਆਪਾਂ ਇਹਦਾ ਜਿਹੜਾ ਇੰਟਰੋਡਕਸ਼ਨ ਜੀ ਉੱਪਰ ਵੀ ਕਰ ਚੁੱਕੇ ਹਾਂ। ਠੀਕ ਹੈ, ਸੋ ਜਿਹੜਾ ਗਵਰਨਮੈਂਟ ਹੈ ਉਹ ਇੰਡੀਵਿਜੂਅਲ ਇੰਸਟੀਟਿਊਸ਼ਨਸ ਜਾਂ ਤੁਹਾਡੇ ਕੋਲ ਸੋਰਸਿਸ ਨੇ ਜਿੱਥੇ ਗਵਰਨਮੈਂਟ ਦੀ ਇਨਕਮ ਜਾਂਦੀ ਹੈ ਉਹਨਾਂ ਤੋਂ ਗਵਰਨਮੈਂਟ ਕੀ ਹੈ ਉਧਾਰ ਲੈ ਸਕਦੀ ਹੈ। ਉਹਦੇ 'ਚ ਕੀ ਕਰਨਾ ਹੁੰਦਾ ਹੈ, ਗਵਰਨਮੈਂਟ ਜਿਹੜਾ ਹੈ ਜਿੰਨਾ ਵੀ ਪੈਸਾ ਉਧਾਰ ਲੈਂਦੀ ਹੈ ਜਿਹੜੀ ਉਹਦੀ ਰੀਪੇਮੈਂਟ ਹੈ ਕੈਪੀਟਲ ਦੀ ਅਤੇ ਉਹਦੇ ਇੰਟਰਸਟ ਦੀ, ਉਹ ਆਪਾਂ ਨੂੰ ਆਪਣੀ ਕੰਟਰੀ ਦੀ ਕਰੰਸੀ 'ਚ ਹੀ ਕਰਨੀ ਹੁੰਦੀ ਹੈ ਕਿ ਵਿਦਇਨ ਸੋਰਸਿਸ ਵਿਦਇਨ ਕੰਟਰੀ ਹੀ ਤੁਸੀਂ ਰਿਸੋਰਸਿਸ ਜਨਰੇਟ ਕਰ ਰਹੇ ਹੁੰਦੇ ਹੋ। ਐਕਸਟਰਨਲ 'ਚ ਆ ਕੇ ਥੋੜ੍ਹੀ ਜਿਹੀ ਦਿੱਕਤ ਆਉਂਦੀ ਹੁੰਦੀ ਹੈ ਜਦੋਂ ਅਸੀਂ ਫੋਰਨ ਕਰੰਸੀ ਦੇ ਵਿੱਚ ਜਿਹੜਾ ਹੈ ਉਹ ਪੈਸਾ ਬੋਰੋਇੰਗ ਕਰਦੇ ਹਾਂ। ਠੀਕ ਹੈ, ਸੋ ਫਸਟ ਹੈ ਬੋਰਿੰਗ ਫਰੋਮ ਇੰਡੀਵਿਜੂਅਲਸ ਜਿਹੜੇ ਕੰਟਰੀ ਦੇ ਵਿੱਚ ਰਹਿ ਰਹੇ ਨੇ ਉਹ ਗਵਰਨਮੈਂਟ ਨੂੰ ਫੰਡਸ ਪ੍ਰੋਵਾਈਡ ਕਰ ਸਕਦੇ ਨੇ ਗਵਰਨਮੈਂਟ ਦੇ ਡੈਫੀਸਿਟ ਨੂੰ ਪੂਰਾ ਕਰਨ ਵਾਸਤੇ। ਤਾਂ ਉਹ ਇੱਦਾਂ ਤਾਂ ਤੁਸੀਂ ਕਿਸੇ ਕੋਲ ਅਪਰੋਚ ਨਹੀਂ ਕਰ ਸਕਦੇ ਨਾ, ਤਾਂ ਗਵਰਨਮੈਂਟ ਕੀ ਕਰਦੀ ਹੈ, ਆਪਦੇ ਜਿਹੜੇ ਬੌਂਡਸ ਨੇ, ਡਿਬੈਂਚਰਸ ਨੇ, ਸ਼ੇਅਰਸ ਨੇ, ਉਹਨਾਂ ਨੂੰ ਸੇਲ 'ਤੇ ਲਗਾ ਦਿੰਦੀ ਹੈ ਇਨ ਦਾ ਓਪਨ ਮਾਰਕੀਟ, ਜਿਹਨੂੰ ਅਸੀਂ ਓਪਨ ਮਾਰਕੀਟ ਆਪਰੇਸ਼ਨਸ ਕਹਿੰਦੇ ਹਾਂ। ਠੀਕ ਹੈ, ਤਾਂ ਲੋਕ ਉਹਨਾਂ ਨੂੰ ਖਰੀਦਣਗੇ ਕਿਉਂਕਿ ਇੱਕ ਤਾਂ ਲੋਕਾਂ ਦਾ ਸਰਕਾਰ ਦੇ ਵਿੱਚ ਕੌਨਫੀਡੈਂਸ ਹੁੰਦਾ, ਦੂਜਾ ਉਹਨਾਂ ਦੇ ਉੱਤੇ ਰੇਟ ਆਫ ਰਿਟਰਨ ਹੈ ਜਿਹੜਾ ਉਹ ਵੀ ਵਧੀਆ ਆਉਂਦਾ ਹੈ। ਤਾਂ ਲੋਕ ਕੀ ਕਰਦੇ ਨੇ, ਗਵਰਨਮੈਂਟ ਦੇ ਬੌਂਡਸ ਖਰੀਦ ਲੈਂਦੇ ਨੇ ਅਤੇ ਸਰਕਾਰ ਕੋਲ ਪੈਸਾ ਚੱਲ ਜਾਂਦਾ ਹੈ, ਉਹ ਸੋਰਸ ਆਫ ਪਬਲਿਕ ਡੈਟ ਬਣ ਜਾਂਦਾ ਹੈ। ਸੈਕਿੰਡ ਆ ਜਾਂਦਾ ਹੈ ਜੀ ਕਮਰਸ਼ੀਅਲ ਬੈਂਕਸ ਆਰ ਇੰਪੋਰਟੈਂਟ ਸੋਰਸ ਆਫ। ਇਹ ਬੈਂਕਸ ਨੇ ਜਿਹੜੇ ਉਹ ਕੀ ਕਰਦੇ ਨੇ, ਇਹ ਵੀ ਗਵਰਨਮੈਂਟ ਬੌਂਡਸ ਨੂੰ ਜਿਹੜਾ ਹੈ ਪਰਚੇਜ਼ ਕਰਦੇ ਨੇ ਲਾਈਕ ਇੰਡੀਵਿਜੂਅਲਸ। ਤਾਂ ਕਮਰਸ਼ੀਅਲ ਬੈਂਕਸ ਨੇ ਉਹ ਸਿਰਫ ਜਿਹੜੇ ਬੌਂਡਸ ਨੇ ਉਹ ਹੀ ਨਹੀਂ ਪਰਚੇਜ਼ ਕਰਦੇ, ਬਟ ਐਡੀਸ਼ਨਲ ਪਰਚੇਜ਼ਿੰਗ ਪਾਵਰ ਹੈ ਜਿਹੜੀ ਉਹ ਵੀ ਥਰੂ ਪ੍ਰੋਸੈਸ ਆਫ ਕ੍ਰੈਡਿਟ ਕ੍ਰੀਏਟ ਕਰਦੇ ਨੇ। ਠੀਕ ਹੈ ਬੇਟਾ, ਪ੍ਰੋਸੈਸ ਆਫ ਕ੍ਰੈਡਿਟ ਕ੍ਰੀਏਸ਼ਨ ਆਪਾਂ ਮੈਕਰੋ ਦੇ ਵਿੱਚ ਜਿਹੜਾ ਹੈ ਸੈਕਿੰਡ ਸਮੈਸਟਰ ਦੇ ਵਿੱਚ ਕਰ ਚੁੱਕੇ ਹਾਂ, ਰਾਈਟ। ਫਿਰ ਆ ਜਾਂਦਾ ਰਾਜੇ ਨॉन ਬੈਂਕਿੰਗ ਇੰਸਟੀਟਿਊਸ਼ਨ ਜਿੰਨੀਆਂ ਵੀ ਆਪਣੇ ਕੋਲ ਨॉन ਬੈਂਕਿੰਗ ਫਿਨੈਂਸ਼ੀਅਲ ਇੰਸਟੀਟਿਊਸ਼ਨਸ ਨੇ ਉਹ ਇੰਪੋਰਟੈਂਟ ਸੋਰਸ ਹੁੰਦੀਆਂ ਨੇ। ਇਹਦੇ ਵਿੱਚ ਇੰਸ਼ੋਰੈਂਸ ਕੰਪਨੀ, ਟਰਸਟ, ਅਦਰ ਫਿਨੈਂਸ਼ੀਅਲ ਇੰਸਟੀਟਿਊਸ਼ਨਸ ਆ ਜਾਂਦੀਆਂ ਨੇ ਜਿਹਦੇ ਤੋਂ ਸਰਕਾਰ ਨੂੰ ਪੈਸਾ ਮਿਲਦਾ ਹੈ। ਫਿਰ ਸੈਂਟਰਲ ਬੈਂਕ ਕੀ ਹੈ, ਏਪੈਕਸ ਮੇਨ ਫਿਨੈਂਸ਼ੀਅਲ ਇੰਸਟੀਟਿਊਸ਼ਨ ਹੈ ਕੰਟਰੀ ਦੀ ਜਿਹੜੀ ਕਿ ਗਵਰਨਮੈਂਟ ਬੋਰਿੰਗ ਦਾ ਸੋਰਸ ਬਣਦੀ ਹੈ। ਜੇ ਸਰਕਾਰ ਨੂੰ ਹੋਰ ਕਿਤੋਂ ਵੀ ਪੈਸਾ ਨਹੀਂ ਮਿਲਦਾ ਤਾਂ ਉਹ ਸੈਂਟਰਲ ਬੈਂਕ ਤੋਂ ਉਧਾਰ ਲੈ ਸਕਦੀ ਹੈ। ਨੈਕਸਟ ਆ ਜਾਂਦੇ ਨੇ ਬੇਟਾ ਆਪਣੇ ਕੋਲ ਐਕਸਟਰਨਲ ਸੋਰਸਿਸ। ਜਦੋਂ ਸਾਡੇ ਕੋਲ ਕੰਟਰੀ ਦੇ ਵਿਦਿਨ ਰਿਸੋਰਸਿਸ ਪ੍ਰੋਪਰਲੀ ਜਨਰੇਟ ਨਾ ਹੋਣ ਤਾਂ ਅਸੀਂ ਕੀ ਕਰ ਸਕਦੇ ਹਾਂ, ਬਾਹਰਲੀਆਂ ਕੰਟਰੀਆਂ ਤੋਂ ਵੀ ਜਿਹੜਾ ਉਧਾਰ ਲੈ ਸਕਦੇ ਹਾਂ। ਉਹ ਜਿਹੜਾ ਉਧਾਰ ਹੁੰਦਾ ਹੈ ਨੋਰਮਲੀ ਫੋਰਨ ਕਰੰਸੀ 'ਚ ਮਿਲਦਾ ਹੈ, ਪੇ ਵੀ ਉਹਨੂੰ ਫੋਰਨ ਕਰੰਸੀ ਦੇ ਵਿੱਚ ਕਰਨਾ ਹੈ ਅਤੇ ਜ਼ਿਆਦਾ ਅਮਾਊਂਟ ਦਾ ਹੁੰਦਾ ਹੈ। ਤਾਂ ਉੱਥੇ ਅਸੀਂ ਕਦੋਂ ਲੈਂਦੇ ਹਾਂ, ਜਦੋਂ ਸਾਨੂੰ ਕੋਈ ਬਹੁਤ ਵੱਡੇ ਡਿਵੈਲਪਮੈਂਟ ਪ੍ਰੋਜੈਕਟਸ ਲਗਾਉਣੇ ਨੇ ਜਾਂ ਫਿਰ ਅਸੀਂ ਕੋਈ ਡਿਫੈਂਸ ਐਕਸਪੈਂਡੀਚਰ ਕਰਨਾ ਹੈ ਜਾਂ ਬੈਲੈਂਸ ਆਫ ਪੇਮੈਂਟ ਨੂੰ ਕਰੈਕਟ ਕਰਨਾ ਹੈ। ਸੋ ਇੰਟਰਨੈਸ਼ਨਲ ਫਿਨੈਂਸ਼ੀਅਲ ਇੰਸਟੀਟਿਊਸ਼ਨਸ 'ਚ ਬੇਟਾ IMF ਆ ਜਾਂਦਾ ਹੈ, ਇੰਟਰਨੈਸ਼ਨਲ ਮੋਨੀਟਰੀ ਫੰਡ, ਇਹ ਵੀ ਤੁਸੀਂ ਪਿਛਲੇ ਵਾਰ ਕਰ ਚੁੱਕੇ ਹੋ। ਨੈਸ਼ਨਲ ਬੈਂਕ ਫਾਰ ਰੀਕਨਸਟਰਕਸ਼ਨ ਐਂਡ ਡਿਵੈਲਪਮੈਂਟ ਜਿਹਨੂੰ ਵਰਲਡ ਬੈਂਕ, ਵਿਸ਼ਵ ਬੈਂਕ ਕਹਿੰਦੇ ਹਾਂ, ਉਹ ਆ ਜਾਂਦਾ ਹੈ। ਫਿਰ ਇੰਟਰਨੈਸ਼ਨਲ ਡਿਵੈਲਪਮੈਂਟ ਐਸੋਸੀਏਸ਼ਨ ID ਆ ਜਾਂਦੀ ਹੈ, ADB ਐਟਸੈਕਟਰਾ। ਬਹੁਤ ਸਾਰੇ ਬੈਂਕਸ ਨੇ ਉਹ ਸ਼ਾਰਟ ਟਰਮ ਅਤੇ ਲੌਂਗ ਟਰਮ ਜਿਹੜੇ ਲੋਨਸ ਨੇ ਉਹ ਪ੍ਰੋਵਾਈਡ ਕਰਦੇ ਨੇ ਫॉर ਦੀ ਡਿਵੈਲਪਮੈਂਟ ਪ੍ਰੋਜੈਕਟਸ। ਸੈਕਿੰਡ ਆ ਜਾਂਦਾ ਫਰੈਂਡਲੀ ਨੇਸ਼ਨਸ। ਅਸੀਂ ਫਰੈਂਡਲੀ ਨੇਸ਼ਨਸ ਨੇ ਜਿਹੜੇ ਉਹਨਾਂ ਤੋਂ ਵੀ ਬੋਰਿੰਗਸ ਕਰ ਸਕਦੇ ਹਾਂ। ਯੂਜੂਅਲੀ ਡੈਟ ਹੈ ਜਿਹੜਾ ਫਰੈਂਡਲੀ ਨੇਸ਼ਨਸ ਤੋਂ ਅਸੀਂ ਤਾਂ ਲੈਂਦੇ ਹਾਂ ਕਿਉਂਕਿ ਜਿਹੜੇ ਉਹ ਡਿਵੈਲਪਮੈਂਟ ਪ੍ਰੋਜੈਕਟਸ ਨੇ ਉਹ ਉਹਨਾਂ ਕੰਟਰੀਜ਼ ਦੇ ਨਾਲ ਹੀ ਰਿਲੇਟਡ ਹੁੰਦੇ ਹਨ, ਤਾਂ ਉਹਨਾਂ ਕੰਟਰੀਜ਼ ਨੂੰ ਉਹਦੇ 'ਚ ਫਾਇਦਾ ਹੁੰਦਾ ਹੈ।
ਨੈਕਸਟ ਹੈ ਕਲਾਸੀਫਿਕੇਸ਼ਨ ਆਫ ਫਾਰਮਸ ਆਫ ਡੈਟ, ਕਿ ਜਿਹੜਾ ਡੈਟ ਹੈ ਉਹ ਅਸੀਂ ਕਿਸ ਕਿਸ ਤਰੀਕੇ ਦਾ ਡੈਟ ਲੈਂਦੇ ਹਾਂ। ਬੇਟਾ ਉਹਦੇ ਵਿੱਚ ਤੁਹਾਡੇ ਕੋਲ ਡੈਟ ਹੈ ਉਹ ਕਾਫੀ ਤਰੀਕੇ ਦਾ ਹੋ ਜਾਂਦਾ ਹੈ। ਸ਼ਾਰਟ ਟਰਮ ਡੈਟ ਵੀ ਹੁੰਦਾ ਹੈ, ਉਹ ਲੌਂਗ ਟਰਮ ਡੈਟ ਹੁੰਦਾ ਹੈ, ਪ੍ਰੋਡਕਟਿਵ ਡੈਟ ਹੋ ਜਾਂਦਾ ਹੈ, ਅਨਪ੍ਰੋਡਕਟਿਵ ਡੈਟ ਹੈ ਉਹ ਹੋ ਜਾਂਦਾ ਹੈ। ਤਾਂ ਇਹਨਾਂ ਦੀ ਅੱਗੇ ਆਪਾਂ ਜਿਹੜੀ ਰਿਡੈਂਪਸ਼ਨ ਹੈ ਉਹ ਵੀ ਸਟੱਡੀ ਕਰਾਂਗੇ। ਸੋ ਅਕੋਰਡਿੰਗ ਟੂ ਪੀਰੀਅਡ ਆਪਣੇ ਕੋਲ ਦੋ ਤਰ੍ਹਾਂ ਦੇ ਉਹ ਬਣਦੇ ਨੇ, ਸ਼ਾਰਟ ਪੀਰੀਅਡ ਡੈਟਸ ਅਤੇ ਲੌਂਗ ਪੀਰੀਅਡ ਡੈਟਸ। ਸ਼ਾਰਟ ਪੀਰੀਅਡ ਡੈਟਸ ਉਹ ਲੋਨ ਜਿਹੜੇ ਗਵਰਨਮੈਂਟਸ 1 ਸਾਲ ਵਾਸਤੇ ਲੈਂਦੇ ਨੇ ਫॉर ਅਪ ਟੂ 1 ਈਅਰਸ, ਉਹਨਾਂ ਨੂੰ ਅਸੀਂ ਸ਼ਾਰਟ ਟਰਮ ਲੋਨਸ ਜਾਂ ਸ਼ਾਰਟ ਪੀਰੀਅਡ ਡੈਟ ਕਹਿੰਦੇ ਹਾਂ। ਇਹ ਲੋਨ ਕਿਉਂ ਲਏ ਜਾਂਦੇ ਨੇ? ਕਿਉਂਕਿ ਜਿਹੜੇ ਇਹ ਲੋਨ ਨੇ ਇਹ ਇਜ਼ ਦੈਟ ਕਿ ਜਿਹੜੇ ਟੈਕਸਿਸ ਗਵਰਨਮੈਂਟਸ ਨੇ ਪਿਛਲੇ 2 ਜਾਂ 3 ਮਹੀਨਿਆਂ ਦੇ ਵਿੱਚ ਲਗਾਏ ਹੁੰਦੇ ਨੇ ਉਹੀ ਗਵਰਨਮੈਂਟ ਹੈ ਜਿਹੜੇ ਉਹਨਾਂ ਨੂੰ ਵਰਤਦੀ ਰਹਿੰਦੀ ਹੈ। ਤਾਂ ਇਹ ਕੀ ਹੋ ਜਾਂਦਾ ਹੈ, ਮਤਲਬ ਪੈਸਾ ਆਇਆ ਉਹਨੂੰ ਲੋਨ ਲੈ ਲਿਆ, ਜਦੋਂ ਸਾਡੇ ਕੋਲ ਟੈਕਸਿਸ ਆ ਜਾਣਗੇ ਅਸੀਂ ਇਸ ਲੋਨ ਨੂੰ ਪੇ ਕਰ ਦਾਂਗੇ, ਠੀਕ ਹੈ ਨਾ। ਜਿਵੇਂ ਆਪਾਂ ਕਿਸ਼ਤਾਂ ਕਰਾ ਲੈਂਦੇ ਆਪਾਂ ਕਿਉਂ ਕਰਾਉਂਦੇ ਹਾਂ, ਵੀ ਅੱਜ ਸਾਡੇ ਕੋਲ ਪੈਸਾ ਹੈ ਨਹੀਂ ਗਾ, ਸਾਡੀ ਕੱਲ੍ਹ ਜਾਂ ਮਤਲਬ 1 ਜਾਂ 2 ਮਹੀਨੇ ਤੱਕ ਸਾਡੇ ਕੋਲ ਪੈਸਾ ਆ ਜਾਣਾ ਤਾਂ ਅਸੀਂ ਇਸ ਪੈਸੇ ਨੂੰ ਉਤਾਰ ਦੇਣਾ ਹੈ। ਤਾਂ ਇਹਨਾਂ ਲੋਨਸ ਨੂੰ ਅਸੀਂ ਵੇਜ਼ ਐਂਡ ਮੀਨਸ ਐਡਵਾਂਸਿਸ ਕਹਿੰਦੇ ਹਾਂ। ਗਵਰਨਮੈਂਟ ਨੇ ਜਿਹੜੀ ਉਹ ਆਪਦੇ ਟਰੈਜਰੀ ਬਿਲਸ ਨੇ ਉਹਨਾਂ ਨੂੰ ਵੇਚ ਦਿੰਦੀ ਹੈ ਇਹਨਾਂ ਲੋਨਸ ਨੂੰ ਲੈਣ ਵਾਸਤੇ। ਆਫਟਰ ਸਪੈਸੀਫਾਈਡ ਪੀਰੀਅਡ ਇਹਨਾਂ ਦੀ ਜਿਹੜੀ ਪੇਮੈਂਟ ਹੈ ਕੀਤੀ ਜਾਂਦੀ ਹੈ। ਸ਼ਾਰਟ ਪੀਰੀਅਡ ਲੋਨ ਨੂੰ ਟੈਂਪਰੇਰੀ ਲੋਨ ਵੀ ਕਿਹਾ ਜਾਂਦਾ ਹੈ। ਕਿਉਂ ਲਿੱਤਾ ਜਾਂਦਾ ਹੈ? ਜਦੋਂ ਅਸੀਂ ਕੋਈ ਆਪਦੀ ਕੰਟੀਨਜੈਂਸੀ ਕੋਈ ਐਮਰਜੈਂਸੀ ਹੈ ਉਹਨੂੰ ਪੂਰਾ ਕਰਨਾ ਹੈ। ਰੇਟ ਆਫ ਇੰਟਰਸਟ ਹੈ ਜਿਹੜਾ ਉਹ ਇਹਨਾਂ ਲੋਨਸ ਦੇ ਉੱਤੇ ਥੋੜ੍ਹਾ ਹੁੰਦਾ ਹੈ। ਮੇਜਰ ਡਰਾਬੈਕ ਕੀ ਹੈ ਇਹਨਾਂ ਲੋਨਸ ਦੀ ਕਿ ਇਹ ਰੈਗੂਲਰ ਬਣ ਚੁੱਕੇ ਨੇ, ਸਰਕਾਰ ਨੂੰ ਆਦਤ ਪੈ ਚੁੱਕੀ ਹੈ। ਤਾਂ ਇਹਦੇ ਕਰਕੇ ਜਿਹੜੀ ਐਕਸਟਰਾ ਵੈਕੈਂਸੀ ਹੁੰਦੀ ਹੈ ਬੇਟਾ ਵਾਧੂ ਖਰਚਾ, ਉਹ ਇਨਕਰੇਜ ਹੋ ਜਾਂਦਾ ਹੈ। ਨੈਕਸਟ ਆ ਜਾਂਦੇ ਨੇ ਰਾਜੇ ਲੌਂਗ ਪੀਰੀਅਡ ਡੈਟਸ। ਲੌਂਗ ਪੀਰੀਅਡ ਡੈਟਸ ਹੁੰਦੇ ਨੇ ਜਿਹੜੇ 10 ਸਾਲਾਂ ਤੋਂ ਵੱਧ ਦੇ ਹੁੰਦੇ ਨੇ। ਇਹ ਡੈਟਸ ਨੇ ਜਿਹੜੇ ਇਹ ਪਬਲਿਕ ਵਰਕਸ ਲਾਈਕ ਇਰੀਗੇਸ਼ਨ, ਮੀਨਸ ਆਫ ਟਰਾਂਸਪੋਰਟ, ਮਲਟੀਪਰਪਜ਼ ਪ੍ਰੋਜੈਕਟਸ, ਇਹਨਾਂ ਸਾਰੀਆਂ ਵਾਸਤੇ ਯੂਜ਼ ਕੀਤੇ ਜਾਂਦੇ ਨੇ। ਤਾਂ ਇਹਨਾਂ ਡੈਟਸ ਦੀ ਇੰਪੋਰਟੈਂਸ ਕੀ ਹੈ ਕਿ ਇਹ ਫਿਊਚਰ ਜਨਰੇਸ਼ਨ ਇੰਪੋਰਟੈਂਸ ਹੈ ਕਿ ਇਕਨੋਮਿਕ ਡਿਵੈਲਪਮੈਂਟ ਵਿੱਚ ਕੰਟਰੀਬਿਊਟ ਕਰਦੇ ਨੇ, ਪਰ ਇਹਨਾਂ ਦਾ ਬਰਡਨ ਹੈ ਜਿਹੜਾ ਉਹ ਕਿਹਦੇ ਉੱਤੇ ਪੈਂਦਾ ਹੈ? ਔਨ ਦਾ ਕਮਿੰਗ ਜਨਰੇਸ਼ਨ, ਜਿਹਨੂੰ ਅਸੀਂ ਪੋਸਟੈਰਿਟੀ ਕਹਿ ਦਿੰਦੇ ਹਾਂ, ਠੀਕ ਹੈ। ਫਿਰ ਆ ਜਾਂਦੇ ਨੇ ਬੱਚਾ ਫੰਡਡ ਔਰ ਇਰਰੀਡੀਮੇਬਲ ਡੈਟਸ। ਜਦੋਂ ਗਵਰਨਮੈਂਟ ਨੇ ਜਿਹੜਾ ਕੈਪੀਟਲ ਹੈ, ਜੋ ਟੈਕਸ ਮਤਲਬ ਜੋ ਲੋਨ ਲਿਆ ਹੈ ਨਾ, ਜਦੋਂ ਸਰਕਾਰ ਉਸ ਲੋਨ ਦੀ ਅਮਾਊਂਟ ਨੂੰ ਪੇਬੈਕ ਕਰਨ ਵਾਸਤੇ ਬਾਉਂਡ ਨਹੀਂ ਹੁੰਦੀ, ਠੀਕ ਹੈ, ਸਿਰਫ ਉਹਦਾ ਇੰਟਰਸਟ ਹੈ ਜਿਹੜਾ ਉਹਦੀ ਪੇਮੈਂਟ ਵਾਸਤੇ ਸੋਚਿਆ ਜਾਂਦਾ ਹੈ। ਉਹਦੇ ਕੈਪੀਟਲ ਅਮਾਊਂਟ ਜਾਂ ਜਿਹਨੂੰ ਅਸੀਂ ਪ੍ਰਿੰਸੀਪਲ ਅਮਾਊਂਟ ਹੈ ਉਹਨੂੰ ਪੇ ਕਰਨ ਵਾਸਤੇ ਨਹੀਂ ਸੋਚਿਆ ਜਾਂਦਾ, ਤਾਂ ਉਹਨਾਂ ਡੈਟਸ ਨੂੰ ਅਸੀਂ ਫੰਡਡ ਔਰ ਇਰਰੀਡੀਮੇਬਲ ਡੈਟਸ ਕਹਿੰਦੇ ਹਾਂ। ਫਿਰ ਆ ਜਾਂਦੇ ਨੇ ਅਨਫੰਡਡ ਔਰ ਰਿਡੀਮੇਬਲ ਡੈਟਸ। ਅਨਫੰਡਡ ਡੈਟਸ ਉਹ ਹੁੰਦੇ ਨੇ ਜਿਨ੍ਹਾਂ ਦੀ ਕੈਪੀਟਲ ਅਮਾਊਂਟ ਵੀ ਅਸੀਂ ਪੇ ਕਰਨੀ ਹੈ, ਗਵਰਨਮੈਂਟ ਨੇ ਪੇ ਕਰਨੀ ਹੈ, ਅਤੇ ਉਹਦਾ ਇੰਟਰਸਟ ਵੀ ਪੇ ਕਰਨਾ ਹੁੰਦਾ ਹੈ। ਸੋ ਗਵਰਨਮੈਂਟ ਕਮਿਟਡ ਹੁੰਦੀ ਹੈ ਉਹਨਾਂ ਡੈਟਸ ਨੂੰ ਪੇ ਆਊਟ ਕਰਨ ਵਾਸਤੇ। ਨੈਕਸਟ ਹੈ ਬੱਚੇ ਅਕੋਰਡਿੰਗ ਟੂ ਯੂਜ਼ ਪ੍ਰੋਡਕਟਿਵ ਡੈਟਸ ਅਤੇ ਅਨਪ੍ਰੋਡਕਟਿਵ। ਪ੍ਰੋਡਕਟਿਵ ਹੁੰਦਾ ਜਿਹਦੇ ਨਾਲ ਕੁਛ ਨਾ ਕੁਛ ਨਵਾਂ ਕ੍ਰੀਏਟ ਹੁੰਦਾ ਹੈ। ਮਤਲਬ ਇਹ ਡੈਟ ਕਿਉਂ ਲਏ ਜਾਂਦੇ ਨੇ? ਜਦੋਂ ਸਰਕਾਰ ਨੇ ਇਰੀਗੇਸ਼ਨ ਫੈਸਿਲਿਟੀਜ਼ ਕੋਈ ਮਲਟੀਪਰਪਜ਼ ਪ੍ਰੋਜੈਕਟ ਲਾਉਣਾ, ਮੀਨਸ ਆਫ ਟਰਾਂਸਪੋਰਟ ਨੂੰ ਕੀ ਕਰਨਾ ਹੈ? ਇਨਕਰੀਜ਼ ਕਰਨਾ ਹੈ। ਇਹਨਾਂ ਤੋਂ ਜਿਹੜਾ ਰੈਵਨਿਊ ਅਰਨ ਕੀਤਾ ਜਾਂਦਾ ਹੈ ਉਸ ਨੂੰ ਇਹਨਾਂ ਹੀ ਡੈਟਸ ਦੀ ਰਿਡੈਂਪਸ਼ਨ ਵਾਸਤੇ ਯੂਜ਼ ਕਰ ਲਿਆ ਜਾਂਦਾ ਹੈ। ਇਹ ਡੈਟਸ ਨੇ ਜਿਹੜੇ ਇਹ ਇਕਨੋਮਿਕ ਡਿਵੈਲਪਮੈਂਟ ਅਤੇ ਕੈਪੀਟਲ ਫਾਰਮੇਸ਼ਨ ਵਾਸਤੇ ਹੈਲਪਫੁਲ ਹੁੰਦੇ ਨੇ। ਇਹਨਾਂ ਨੂੰ ਅਸੀਂ ਐਕਟਿਵ ਡੈਟ ਵੀ ਕਹਿੰਦੇ ਹਾਂ। ਐਕਟਿਵ ਦਾ ਮਤਲਬ ਇਹ ਡੈਟਸ ਜਦੋਂ ਆਉਂਦੇ ਨੇ ਤਾਂ ਇਕੋਨਮੀ ਨੂੰ ਐਕਟੀਵੇਟ ਕਰ ਦਿੰਦੇ ਨੇ। ਨੈਕਸਟ ਆਉਂਦੇ ਨੇ ਅਨਪ੍ਰੋਡਕਟਿਵ। ਉਹ ਡੈਟ ਜਿਨ੍ਹਾਂ ਦੇ ਨਾਲ ਨਾ ਹੀ ਇਨਕਮ ਆਉਂਦੀ ਹੈ ਅਤੇ ਨਾ ਹੀ ਪ੍ਰੋਡਕਸ਼ਨ ਕਪੈਸਿਟੀ ਇਨਕਰੀਜ਼ ਹੁੰਦੀ ਹੈ। ਮੰਨ ਲਓ ਗਵਰਨਮੈਂਟ ਕੋਈ ਫੈਮੀਨ ਆ ਗਿਆ, ਫਲੱਡ ਆ ਗਿਆ, ਨੈਚੁਰਲ ਕਲੈਮਿਟੀ ਆ, ਕੁਛ ਵੀ ਆ ਗਿਆ, ਤਾਂ ਉਹਨਾਂ ਵਾਸਤੇ ਜਿਹੜਾ ਡੈਟ ਸਰਕਾਰਾਂ ਨੂੰ ਲੈਣਾ ਪੈਂਦਾ ਹੈ ਉਹਨੂੰ ਅਸੀਂ ਡੈਡ ਵੇਟ ਡੈਟਸ ਜਾਂ ਪੈਸਿਵ ਡੈਟਸ ਕਹਿੰਦੇ ਹਾਂ। ਇਹਨਾਂ ਦਾ ਬਰਡਨ ਹੈ ਸਾਰੀ ਇਕੋਨਮੀ ਦੇ ਉੱਤੇ ਪੈਂਦਾ ਹੈ। ਨੈਕਸਟ ਆ ਜਾਂਦਾ ਰਾਜੇ ਅਕੋਰਡਿੰਗ ਟੂ ਨੇਚਰ ਵੋਲੰਟਰੀ ਅਤੇ ਫੋਰਸਡ। ਵੋਲੰਟਰੀ ਹੁੰਦਾ ਮਰਜ਼ੀ ਦੇ ਨਾਲ, ਜਦੋਂ ਗਵਰਨਮੈਂਟ ਆਪਦੀ ਫਰੀ ਵਿਲ ਦੇ ਨਾਲ ਕੋਈ ਡੈਟਸ ਹੈ ਉਹ ਲੈਂਦੀ ਹੈ। ਇਹਨਾਂ ਦੀ ਰਿਡੈਂਪਸ਼ਨ ਹੈ ਜਿਹੜੀ ਅਲੋਂਗ ਵਿਦ ਇੰਟਰਸਟ ਐਜ਼ ਪਰ ਟਰਮਸ ਆਫ ਡੈਟ ਲਈ ਜਾਂਦੀ ਹੈ। ਇਹ ਡੈਟਸ ਬਹੁਤ ਪੋਪੂਲਰ ਨੇ। ਇਹਨਾਂ ਡੈਟਸ ਨੂੰ ਵਿਦਨ ਕੰਟਰੀ ਅਤੇ ਆਊਟ ਆਫ ਕੰਟਰੀ, ਮਤਲਬ ਇੰਟਰਨਲ ਅਤੇ ਐਕਸਟਰਨਲ ਦੋਨਾਂ ਸੋਰਸਿਸ ਦੇ ਨਾਲ ਲਿਆ ਜਾ ਸਕਦਾ ਹੈ। ਫਿਰ ਆ ਜਾਂਦੇ ਨੇ ਬੇਟਾ ਫੋਰਸਡ ਔਰ ਇਨਵੋਲੰਟਰੀ ਔਰ ਕੰਪਲਸਰੀ ਡੈਟ। ਜਦੋਂ ਕੋਈ ਅਗਰੈਸ਼ਨ ਹੈ, ਐਮਰਜੈਂਸੀ ਹੈ, ਗਵਰਨਮੈਂਟ ਫੋਰਸ ਕਰ ਸਕਦੀ ਹੈ ਲੋਕਾਂ ਨੂੰ ਕਿ ਤੁਸੀਂ ਲੋਨ ਦਿਓ।
ਪੀਪਲ ਲੋਕ ਆਪਣੇ ਆਪ ਵਲੰਟੈਰਲੀ ਕੋਈ ਵੀ ਸਰਕਾਰ ਨੂੰ ਜਿਹੜਾ ਹੈ ਲੋਨ ਦੇਣ ਲਈ ਤਿਆਰ ਨਹੀਂ ਹੁੰਦਾ। ਜਿਵੇਂ ਸਰਕਾਰ ਨੇ ਇੱਕ ਪਿੱਛੇ ਜੇ ਕੰਪਲਸਰੀ ਸੇਵਿੰਗ ਸਕੀਮ ਹੈ ਜਿਹੜੀ ਉਹ ਸਟਾਰਟ ਕੀਤੀ ਸੀ, ਠੀਕ ਹੈ। ਇਹ ਡੈਟਸ ਬਹੁਤ ਜ਼ਿਆਦਾ ਪੋਪੂਲਰ ਨਹੀਂ ਹੁੰਦੇ। ਲੋਕ ਕਹਿੰਦੇ ਨੇ ਕਿ ਸਾਡੇ ਕੋਲ ਪੈਸਾ ਹੀ ਨਹੀਂ ਹੈਗਾ, ਅਸੀਂ ਆਪਣਾ ਪੈਸਾ ਕਿਉਂ ਇੱਥੇ ਸੇਵਿੰਗ ਸਕੀਮ 'ਚ ਜਿਹੜਾ ਹੈ ਉਹ ਲਗਾਈਏ। ਫਿਰ ਮੋਰ ਓਵਰ ਉਹਦੇ ਉੱਤੇ ਇੰਟਰਸਟ ਵੀ ਹੈ ਜਿਹੜਾ ਉਹ ਘੱਟ ਹੁੰਦਾ ਹੈ। ਫਿਰ ਆ ਜਾਂਦੇ ਨੇ ਬੇਟਾ ਅਕੋਰਡਿੰਗ ਟੂ ਦਾ ਸੋਰਸ, ਉਹਦੇ ਤੁਹਾਡੇ ਕੋਲ ਡੋਮੈਸਟਿਕ ਅਤੇ ਇੰਟਰਨਲ ਡੈਟਸ ਆਉਂਦੇ ਨੇ। ਇਹ ਆਪਾਂ ਉੱਪਰ ਕਰ ਚੁੱਕੇ ਹਾਂ ਬੇਟਾ। ਇੰਟਰਨਲ ਡੈਟਸ ਜਿਹੜਾ ਵਿਦ ਇਨ ਟੈਰੀਟਰੀ ਆਫ ਦਾ ਕੰਟਰੀ ਗਵਰਨਮੈਂਟ ਜਿਹੜਾ ਜਨਰੇਟ ਕਰਦੇ, ਇੰਡੀਵਿਜੂਅਲਸ ਤੋਂ ਲੈ ਸਕਦੇ, ਕਮਰਸ਼ੀਅਲ ਬੈਂਕਸ ਤੋਂ ਲੈ ਸਕਦੀ ਹੈ, ਸੈਂਟਰਲ ਬੈਂਕਸ ਤੋਂ ਲੈ ਸਕਦੀ ਹੈ। ਇਹਨਾਂ ਦੀ ਜਿਹੜੀ ਰੀਪੇਮੈਂਟ ਕੈਪੀਟਲ ਅਤੇ ਪੇਮੈਂਟ ਆਫ ਇੰਟਰਸਟ ਹੈ, ਦੋਨੋਂ ਹੀ ਇਨ ਦਾ ਕਰੰਸੀ ਆਫ ਦਾ ਕੰਟਰੀ ਕੀਤੀ ਜਾ ਸਕਦੀ ਹੈ। ਇਹਨਾਂ ਡੈਟਸ ਨੂੰ ਜਿਹੜਾ ਹੈ ਗਵਰਨਮੈਂਟ ਹੈ ਫॉर ਇਕਨੋਮਿਕ ਡਿਵੈਲਪਮੈਂਟ ਜਾਂ ਵੈਲਫੇਅਰ ਆਫ ਦੀ ਪੂਅਰ ਪੀਪਲ ਕਰਦੀ ਹੈ। ਨੈਕਸਟ ਆ ਜਾਂਦੇ ਨੇ ਫੋਰਨ ਔਰ ਐਕਸਟਰਨਲ ਡੈਟ। ਫੋਰਨ ਡੈਟਸ ਹੁੰਦੇ ਨੇ ਜਿਹੜੇ ਤੁਸੀਂ ਫੋਰਨ ਜਾਂ ਇੰਟਰਨੈਸ਼ਨਲ ਇੰਸਟੀਟਿਊਸ਼ਨਸ ਤੋਂ ਲੈਂਦੇ ਹੋ। ਇਹਨਾਂ ਡੈਟਸ ਨੂੰ ਤੁਸੀਂ ਫੋਰਨ ਐਕਸਚੇਂਜ ਦੇ ਵਿੱਚ ਹੀ ਰਿਸੀਵ ਕਰਦੇ ਹੋ ਅਤੇ ਫੋਰਨ ਐਕਸਚੇਂਜ ਦੇ ਵਿੱਚ ਹੀ ਤੁਸੀਂ ਇਹਨਾਂ ਨੂੰ ਪੇ ਆਊਟ ਕਰਦੇ ਹੋ। ਇਹਨਾਂ ਡੈਟਸ ਦੀ ਇੰਪੋਰਟੈਂਸ ਅੰਡਰ ਡਿਵੈਲਪਡ ਕੰਟਰੀਜ਼ ਵਾਸਤੇ ਹੁੰਦੀ ਹੈ, ਕਿਉਂਕਿ ਅੰਡਰ ਡਿਵੈਲਪਡ ਕੰਟਰੀਜ਼ ਦੇ ਵਿੱਚ ਕੈਪੀਟਲ ਦੀ ਜਿਹੜੀ ਡੈਫੀਸ਼ੀਐਂਸੀ ਹੈ ਉਹ ਇਹਦੇ ਤੋਂ ਪੂਰੀ ਕੀਤੀ ਜਾਂਦੀ ਹੈ। ਮੋਰ ਓਵਰ ਜਿਹੜੀ ਫੋਰਨ ਐਕਸਚੇਂਜ ਵੀ ਹੈ ਉਹਦੇ ਵਿੱਚ ਜਿੰਨੇ ਵੀ ਇੰਬੈਲੈਂਸਿਸ ਨੇ ਉਹ ਵੀ ਇਹਦੇ ਵਿੱਚ ਠੀਕ ਕੀਤੇ ਜਾਂਦੇ ਨੇ। ਅਲੋਂਗ ਦੀ ਐਕਸਟਰਨਲ ਡੈਟ ਤੁਹਾਨੂੰ ਟੈਕਨੋਲੋਜੀ ਹੈ ਉਹ ਵੀ ਬਾਹਰਲੀਆਂ ਕੰਟਰੀਜ਼ ਤੋਂ ਮਿਲ ਜਾਂਦੀ ਹੈ। ਸੋ ਕੁਛ ਕੁ ਡੀਮੈਰਿਟਸ ਵੀ ਇਹਨਾਂ ਟੈਕਸਿਸ ਇਹਨਾਂ ਲੋਨਸ ਦੇ ਹੈਗੇ ਨੇ। ਡੀਮੈਰਿਟਸ ਦੇ ਵਿੱਚ ਫਸਟ ਆਉਂਦਾ ਹੈ ਕਿ ਸਮਟਾਈਮ ਇੱਕ ਕੰਟਰੀ ਹੈ ਜਿਹੜੀ ਉਹ ਓਵਰ ਡਿਪੈਂਡੈਂਟ ਹੋ ਜਾਂਦੀ ਹੈ ਇਹਨਾਂ ਡੈਟਸ ਦੇ ਵਿੱਚ। ਪਰ ਉਹਦੇ ਨਾਲ ਜਿਹੜਾ ਹੈ ਜਦੋਂ ਓਵਰ ਡਿਪੈਂਡੈਂਟ ਹੋ ਜਾਂਦੀ ਹੈ ਤਾਂ ਜਿਸ ਕੰਟਰੀ ਤੋਂ ਤੁਸੀਂ ਡੈਟ ਲਿਆ ਹੈ ਉਹ ਤੁਹਾਡੇ ਇੰਟਰਨਲ ਅਫੇਅਰਸ ਦੇ ਵਿੱਚ ਤੁਹਾਡੇ ਇੰਟਰਫੇਅਰ ਕਰਨ ਲੱਗ ਜਾਂਦਾ। ਦੇਖੋ ਮੰਨ ਲਓ ਮੈਂ ਕਿਸੇ ਤੋਂ ਉਧਾਰ ਲਿਆ ਹੈ, ਜਦੋਂ ਮੈਂ ਉਧਾਰ ਨਹੀਂ ਦਊਂਗੀ ਹੈ ਨਾ ਤਾਂ ਅਗਲਾ ਸਾਲ 2 ਸਾਲ ਬਾਅਦ ਮੇਰੇ ਘਰ ਆ ਕੇ ਪੁੱਛੋ ਵੀ ਭਾਈ ਤੂੰ ਪੈਸੇ ਖਰਚ ਕਿੱਥੇ ਕਰਦਾ ਹੈ, ਆਹ ਦੇਖ ਤੂੰ ਘਰ ਦੇ ਵਿੱਚ TV ਲਿਆ ਹੋਇਆ, ਤੂੰ ਫਰਿੱਜ ਲਿਆ ਹੋਇਆ, ਤੂੰ ਮੇਰਾ ਪੈਸਾ ਤਾਂ ਮੋੜਦਾ ਨਹੀਂ। ਅਦਰਵਾਈਜ਼ ਜੇ ਕੋਈ ਸਾਡੇ ਘਰ ਆ ਕੇ ਸਾਨੂੰ ਇਹ ਗੱਲਾਂ ਕਹੇ ਅਸੀਂ ਉਹਦੇ ਗੱਲਾਂ ਨਹੀਂ ਸੁਣਾਂਗੇ। ਤਾਂ ਇੱਦਾਂ ਹੀ ਦੂਸਰੀਆਂ ਗਵਰਨਮੈਂਟਸ ਦਾ ਹੁੰਦਾ, ਜਦੋਂ ਉਹਨਾਂ ਤੋਂ ਉਧਾਰ ਲਿਆ ਹੋਇਆ ਹੁੰਦਾ ਹੈ ਤਾਂ ਤੁਹਾਡੇ ਉਹ ਪਰਸਨਲ ਮੈਟਰਸ ਦੇ ਵਿੱਚ ਇੰਟਰਫੇਅਰ ਕਰਨ ਲੱਗ ਜਾਂਦੇ ਨੇ। ਅਲੋਂਗ ਵਿਦ ਦਾ ਡੈਟ ਜਿਹੜੇ ਨੈਸ਼ਨਲਸ ਨੇ ਉਹ ਵੀ ਤੁਹਾਡੀ ਕੰਟਰੀ ਦੇ ਵਿੱਚ ਆਉਣਾ ਸ਼ੁਰੂ ਕਰ ਦਿੰਦੇ ਨੇ। ਉਹ ਹਾਈ ਸੈਲਰੀਜ਼ ਪਰਕਸ ਨੇ ਜਿਹੜੇ ਉਹਨਾਂ ਨੂੰ ਡਿਮਾਂਡ ਕਰਦੇ ਨੇ, ਜਿਹਦੇ ਕਰਕੇ ਤੁਹਾਡੇ ਜਿਹੜੇ ਸੀਕਰੇਟਸ ਨੇ ਜਾਂ ਤੁਹਾਡਾ ਨੈਸ਼ਨਲ ਇੰਟਰਸਟ ਹੈ ਜਾਂ ਤੁਹਾਡੀ ਜਿਹੜੀ ਡਿਫੈਂਸ ਹੈ ਉਹ ਖਤਰੇ 'ਚ ਪੈ ਜਾਂਦੀ ਹੈ। ਫਿਰ ਤੁਹਾਡੀ ਕੈਪੀਟਲ ਹੈ ਜਿਹੜੀ ਉਹ ਵੀ ਬਾਹਰਲੀਆਂ ਕੰਟਰੀਜ਼ ਜਾਊਗੀ, ਕਿਉਂਕਿ ਜਦੋਂ ਤੁਹਾਡੇ ਕੋਲ ਪੈਸਾ ਆ ਗਿਆ, ਪੈਸਾ ਬਾਅਦ ਦੇ ਵਿੱਚ ਮੋੜਨਾ ਵੀ ਹੈ, ਠੀਕ ਹੈ, ਉਹ ਵੀ ਤੁਸੀਂ ਫੋਰਨ ਦੇ ਵਿੱਚ ਹੀ ਦਿਓਗੇ ਤਾਂ ਉੱਥੇ ਤੁਹਾਨੂੰ ਦਿੱਕਤ ਆਉਂਦੀ ਹੈ। ਨੈਕਸਟ ਹੈ ਬੇਟਾ ਮਾਰਕੀਟੇਬਲ ਐਂਡ ਨਾਨ ਮਾਰਕੀਟੇਬਲ ਡੈਟਸ। ਇਹ ਨੈਗੋਸ਼ੀਏਬਿਲਿਟੀ ਦੇ ਉੱਤੇ ਡਿਪੈਂਡ ਕਰਦੇ ਨੇ। ਮਾਰਕੀਟੇਬਲ ਜਿਹੜੇ ਡੈਟ ਨੇ ਉਹ ਉਹਨਾਂ ਦੀਆਂ ਸਿਕਿਉਰਿਟੀਜ਼ ਨੇ ਜਿਹੜੀਆਂ ਓਪਨ ਮਾਰਕੀਟ ਦੇ ਵਿੱਚ ਸੇਲ ਕੀਤੀਆਂ। ਨਾਨ ਨੈਗੋਸ਼ੀਏਬਲ ਹੁੰਦਾ ਸੇਲ ਕਰਨੀਆਂ ਜਾਂ ਨਾ ਸੇਲ ਹੋਣੀਆਂ। ਨਾਨ ਮਾਰਕੀਟੇਬਲ ਡੈਟ ਇਹੋ ਜਿਹੇ ਹੁੰਦੇ ਨੇ ਜਿਨ੍ਹਾਂ ਨੂੰ ਫੋਰਨ ਐਕਸਚੇਂਜ ਵਿੱਚ ਤੁਸੀਂ ਸੇਲ ਨਹੀਂ ਕਰ ਸਕਦੇ। ਨੈਕਸਟ ਹੈ ਜੀ ਗ੍ਰੋਸ ਐਂਡ ਨੈਟ ਡੈਟ। ਗ੍ਰੋਸ ਡੈਟ ਕੀ ਹੈ? ਟੋਟਲ ਅਮਾਊਂਟ ਆਫ ਡੈਟ ਆਊਟਸਟੈਂਡਿੰਗ ਐਟ ਐਨੀ ਟਾਈਮ। ਨੈਟ ਡੈਟ ਬੈਲੈਂਸ ਫਰੋਮ ਦਾ ਗ੍ਰੋਸ ਡੈਟ ਮਾਈਨਸ ਸਿੰਕਿੰਗ ਫੰਡ। ਸਿੰਕਿੰਗ ਫੰਡ ਹੁੰਦਾ ਬੱਚੇ ਉਹ ਫੰਡ ਜਿਹੜਾ ਆਪਾਂ ਅਲੱਗ ਇੱਕ ਸਾਈਡ 'ਤੇ, ਜਿਵੇਂ ਆਪਾਂ ਜਿਹਨੂੰ ਆਪਾਂ ਉਹ ਨਹੀਂ ਕਹਿ ਦਿੰਦੇ ਹੁੰਦੇ ਕਿ ਮੇਰਾ ਇੱਕ ਮਨੀ ਸੇਵਰ ਬਾਕਸ ਪਿਆ ਹੈ, ਠੀਕ ਹੈ ਨਾ। ਉਸ ਸਿੰਕਿੰਗ ਫੰਡ ਦੇ ਵਿੱਚ ਅਸੀਂ ਪੈਸਾ ਨਾ ਜਿਹੜਾ ਸਾਡਾ ਬਚਦਾ ਉਹਦੇ 'ਚ ਰੱਖਣਾ ਸ਼ੁਰੂ ਕਰਦੇ ਹਾਂ ਕਿ ਜਦੋਂ ਸਾਨੂੰ ਐਮਰਜੈਂਸੀ ਹੋਊਗੀ ਅਸੀਂ ਉਸ ਪੈਸੇ ਨੂੰ ਕੱਢ ਲਾਂਗੇ। ਤਾਂ ਗ੍ਰੋਸ ਡੈਟ 'ਚੋਂ ਜਦੋਂ ਅਸੀਂ ਉਹ ਵਾਲਾ ਆਪਣਾ ਜਿਹੜਾ ਸਾਡੇ ਕੋਲ ਆਪਦੇ ਪਿੱਗੀ ਬੈਂਕ ਦੇ ਵਿੱਚ ਜਾਂ ਪਿੱਗੀ ਬਾਕਸ ਦੇ ਵਿੱਚ ਜਾਂ ਸਿੰਕਿੰਗ ਫੰਡ ਵਿੱਚ ਜਿਹੜਾ ਪੈਸਾ ਪਿਆ ਹੁੰਦਾ ਅਸੀਂ ਉਹਨੂੰ ਮਾਈਨਸ ਕਰਦੇ ਹਾਂ ਤਾਂ ਉਹ ਸਾਡੇ ਕੋਲ ਕੀ ਆ ਜਾਂਦਾ ਹੈ? ਨੈਟ ਡੈਟ ਆ ਜਾਂਦਾ ਹੈ, ਠੀਕ ਹੈ। ਸੋ ਬੇਟਾ ਟਾਈਪਸ ਸੀਗੀਆਂ, ਮੈਂ ਅੱਜ ਜ਼ਿਆਦਾ ਤਾਂ ਕਰਵਾ ਦਿੱਤੇ ਕਿਉਂਕਿ ਟਾਈਪਸ ਦੇ ਵਿੱਚ ਇਹ ਸਾਰੀਆਂ ਸ਼ਾਰਟ ਨੋਟ ਵਾਸਤੇ ਹੀ ਇੰਪੋਰਟੈਂਟ ਨੇ ਅਤੇ ਛੱਡਣ ਦੀ ਕੋਈ ਸੈਂਸ ਨਹੀਂ ਬਣਦੀ ਕਿ ਇੱਕ ਦੇ ਨਾਲ ਇੱਕ ਰਿਲੇਟ ਕਰਦੀਆਂ ਹੁੰਦੀਆਂ ਨੇ। ਸੋ ਨੈਕਸਟ ਆਪਾਂ ਟੌਪਿਕ ਇਸ ਤੋਂ ਬਾਅਦ ਬਰਡਨ ਆਫ ਪਬਲਿਕ ਡੈਟ ਕਰਾਂਗੇ। ਅਤੇ ਤੁਹਾਡਾ ਬੇਟਾ ਹੁਣ ਕੰਮ ਇਹੀ ਹੈ ਕਿ ਜਿੰਨਾ ਵੀ ਤੁਹਾਨੂੰ ਕੰਮ ਕਰਵਾਇਆ ਜਾਂਦਾ ਹੈ ਉਹਨੂੰ ਰੈਗੂਲਰ ਬੇਸ ਦੇ ਉੱਤੇ ਤੁਸੀਂ ਸਟੱਡੀ ਕਰਨਾ ਹੈ, ਉਹਦੇ ਨੋਟਸ ਬਣਾਉਣੇ ਨੇ। ਬੀ ਰੈਗੂਲਰ, ਮੇਰੀਆਂ ਵੀਡੀਓਜ਼ ਰੋਜ਼ ਸੁਣਿਆ ਕਰੋ, ਠੀਕ ਹੈ। ਅਤੇ ਜੇ ਤੁਸੀਂ ਵੀਡੀਓ ਸੁਣੋਗੇ ਤਾਂ ਤੁਹਾਨੂੰ ਜਿਹੜਾ ਹੈ ਆਪਣਾ ਸਿਲੇਬਸ ਸਮਝ ਆ ਜਾਊਗਾ। ਬੇਟਾ ਜੋ ਸਿਲੇਬਸ ਤੁਹਾਨੂੰ ਹੁਣ ਕਰਾ ਦਿੱਤਾ ਉਹ ਦੁਬਾਰਾ ਕਲਾਸ ਦੇ ਵਿੱਚ ਜਦੋਂ ਤੁਹਾਡੀਆਂ ਇੱਥੇ ਐਕਚੁਅਲ ਕਲਾਸਿਸ ਲੱਗਣਗੀਆਂ ਬੱਚੇ ਉਹ ਨਹੀਂ ਕਰਾਇਆ ਜਾਊਗਾ, ਠੀਕ ਹੈ। ਸੋ ਪਲੀਜ਼ ਬੀ ਅਟੈਂਟਿਵ। ਅਤੇ ਜਿਨ੍ਹਾਂ ਬੱਚੇ ਨੇ ਐਡਮਿਸ਼ਨ ਵੀ ਨਹੀਂ ਲਈ ਹੈ ਬੇਟਾ ਉਹ ਵੀ ਆਪਣੀ ਜਲਦੀ ਤੋਂ ਜਲਦੀ ਐਡਮਿਸ਼ਨ ਕਰਵਾਓ, ਠੀਕ ਹੈ। ਆਲ ਦ ਬੈਸਟ, ਹੈਪੀ ਲਰਨਿੰਗ, ਬਾਏ ਬਾਏ।